इस समय चर्चा किहड़ी चीज़ दी है? मुहल्ला क्लिनिक्स ਦੀ ਫਾਰਮੂਲਾ ਕੰਮ ਕਰ ਰਿਹਾ? ਬਿਲਕੁਲ ਕਰ ਰਿਹਾ ਜੀ। ਸਾਡਾ ਇਹ ਟਰਾਈਡ ਐਂਡ ਟੈਸਟਡ ਮਾਡਲ ਹੈ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਔਰ ਸਾਡੇ ਜੋ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਨੇ ਇਲੈਕਸ਼ਨ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਵਰਲਡ ਕਲਾਸ ਸਰਵਿਸਿਜ਼ ਦੇਵਾਂਗੇ, ਫ੍ਰੀ ਦੇਵਾਂਗੇ, ਦੇ ਵਿਲ ਬੀ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ। ਔਰ ਉਹ ਉਹਨਾਂ ਨੇ ਵਾਅਦਾ ਜਿਹੜਾ ਹੈਗਾ ਕਿਸੇ ਵੀ ਸਰਕਾਰ ਨੇ, ਇਹ ਪਹਿਲੀ ਸਰਕਾਰ ਆ ਜਿਹਨੇ ਉਹ ਪਹਿਲੇ 10 ਮਹੀਨੇ ਦੇ ਵਿੱਚ ਉਹ ਵਾਅਦਾ ਪੂਰਾ ਕਰਨਾ ਸ਼ੁਰੂ ਕਰਤਾ। ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜੇ ਹੈਗੇ ਆ 500 ਮੁਹੱਲਾ ਕਲੀਨਿਕ ਆਲਰੇਡੀ ਸਾਡੇ ਫੰਕਸ਼ਨਿੰਗ ਹੈ। ਅੱਛਾ ਡਾਕਟਰ ਸਾਹਿਬ, ਪਿਛਲੇ ਸਮੇਂ ਦੇ ਵਿੱਚ ਜੋ ਟ੍ਰੈਂਡ ਰਿਹਾ, ਮੈਂ ਹੁਣੇ ਹਰਜੋਤ ਬੈਂਸ ਹੋਰੀ ਬੈਠੇ ਸੀਗੇ, ਉਹਨਾਂ ਨਾਲ ਵੀ ਇਹੀ ਜ਼ਿਕਰ ਕਰ ਰਿਹਾ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਜੋ ਸਰਕਾਰਾਂ ਰਹੀਆਂ, ਟ੍ਰੈਂਡ ਰਿਹਾ ਕਿ ਇੱਕ ਚੀਜ਼ ਕੰਮ ਕਰ ਰਹੀ ਹੈ, ਦੂਜੀ ਸਰਕਾਰ ਆ ਗਈ, ਉਹਨਾਂ ਨੂੰ ਉਹ ਚੀਜ਼ ਠੀਕ ਨਹੀਂ ਲੱਗਦੀ, ਉਹ ਆਪਣੇ ਏਜੰਡੇ ਦੇ ਮੁਤਾਬਕ ਚੀਜ਼ ਬਣਾ ਦਿੰਦੇ ਆ। ਉਸ ਤੋਂ ਬਾਅਦ ਅਗਲੀ ਸਰਕਾਰ ਆ ਗਈ, ਜਿਵੇਂ ਮੈਂ ਸਕੂਲਾਂ ਦੀ ਉਦਾਹਰਨ ਦਿੱਤੀ ਸੀ ਕਿ ਮੈਰੀਟੋਰੀਅਸ ਸਕੂਲ ਬਣੇ, ਫਿਰ ਕਾਂਗਰਸ ਸਰਕਾਰ 'ਚ ਸਮਾਰਟ ਸਕੂਲ ਹੋ ਗਏ, ਔਰ ਹੁਣ ਅੱਗੇ ਸਕੂਲ ਆਫ ਐਮੀਨੈਂਸ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ ਬਣਾਵਾਂਗੇ। ਸੋ ਉਸੇ ਤਰੀਕੇ ਨਾਲ ਮੁਹੱਲਾ ਕਲੀਨਿਕਸ ਬੜਾ ਅੱਛਾ ਕਨਸੈਪਟ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਪਿਛਲੇ ਦਿਨਾਂ 'ਚ ਜਿਹੜਾ ਵਿਰੋਧ ਵੀ ਹੋਇਆ ਕਿ ਤੁਸੀਂ ਡਿਸਪੈਂਸਰੀਜ਼ ਨੂੰ ਬੰਦ ਕਰਤਾ ਤੇ ਮੁਹੱਲਾ ਕਲੀਨਿਕਸ ਨੂੰ ਤੁਸੀਂ ਤਵੱਜੋ ਦੇ ਰਹੇ ਹੋ, ਉਹ ਕਿਉਂ? ਕੋਈ ਰੀਜ਼ਨ ਸਰਕਾਰ ਕੋਲ ਲੌਜਿਕ ਕੀ ਹੈ? ਲੋਕ ਸੁਣਨਾ ਚਾਹੁੰਦੇ। ਦੇਖੋ, ਮੈਂ ਤੁਹਾਨੂੰ ਇੱਕ ਤਾਂ ਕਰੈਕਟ ਕਰਨਾ ਚਾਹੁੰਦਾ ਜੀ, ਅਸੀਂ ਕੋਈ ਵੀ ਡਿਸਪੈਂਸਰੀ, ਕੋਈ ਵੀ ਸੈਂਟਰ, ਕੋਈ ਵੀ ਅਸੀਂ ਬੰਦ ਨਹੀਂ ਕਰ ਰਹੇ, ਡਾਊਨਗ੍ਰੇਡ ਨਹੀਂ ਕਰ ਰਹੇ। ਠੀਕ ਹੈ। ਅਸੀਂ ਜਿਹੜਾ ਮੁਹੱਲਾ ਕਲੀਨਿਕ ਹੈ, ਇਟਸ ਅ ਨਿਊ ਸਿਸਟਮ। ਇਹਦੇ ਚ ਬਿਲਕੁਲ ਹੀ ਜਿਹੜਾ ਹੈਗਾ ਤੁਸੀਂ ਕਹਿ ਲਓ ਵੀ ਇਟਸ IT ਇਨੇਬਲਡ ਜੀ। ਉਹਦੇ ਚ ਜਿਹੜਾ ਸਾਰਾ ਹੈਗਾ ਸਾਰਾ ਪੇਪਰਲੈਸ ਹੈਗਾ, ਔਰ ਰੀਅਲ ਟਾਈਮ ਡਾਟਾ ਉਹਦੇ ਚ ਜਿਹੜਾ ਜਨਰੇਟ ਹੁੰਦਾ। ਪੇਸ਼ੈਂਟ ਜਦੋਂ ਹਸਪੀਟਲ ਦੇ ਵਿੱਚ ਐਂਟਰ ਕਰਦਾ, ਉਹਦੀ ਰਜਿਸਟ੍ਰੇਸ਼ਨ ਹੁੰਦੀ ਹੈ, ਉਹੀ ਡਾਟਾ ਕੰਪਿਊਟਰ ਦੇ ਉੱਤੇ ਡਾਕਟਰ ਕੋਲ ਜਾਂਦਾ, ਉਹ ਐਗਜ਼ਾਮੀਨੇਸ਼ਨ ਕਰਕੇ ਆਪਣੀ ਸਾਰੀ ਜਿਹੜੀਆਂ ਫਾਈਂਡਿੰਗ ਔਰ ਜੋ ਡਾਇਗਨੋਸਿਸ ਦਿੰਦਾ, ਟ੍ਰੀਟਮੈਂਟ ਲਿਖਦਾ, ਟੈਸਟ ਐਡਵਾਈਜ਼ ਕਰਦਾ, ਉਹਦੇ ਤੇ ਉਹਦੇ ਟੈਸਟ ਹੋਣੇ ਆ, ਔਰ ਸਾਰਾ ਪੇਸ਼ੈਂਟ ਦਾ ਰਿਕਾਰਡ, ਜਿਹੜੀ E-ਫਾਈਲਿੰਗ ਜਿਹੜੀ ਹੈਗੀ ਆ, ਪੇਸ਼ੈਂਟ ਦਾ ਰਿਕਾਰਡ ਬਣ ਰਿਹਾ, ਔਰ ਉਸ ਤੋਂ ਬਾਅਦ ਉਹਨੂੰ ਉਸੇ ਤੇ ਦਵਾਈ ਮਿਲਣੀ ਆ। ਇਹਦੇ ਚ ਐਡਵਾਂਟੇਜ ਕੀ ਹੈ ਕਿ ਜੋ ਪਹਿਲਾਂ ਕਦੇ ਵੀ ਨਹੀਂ ਸੀਗਾ, ਕਿਤੇ ਵੀ ਨਹੀਂ ਹੈ ਦਿੱਲੀ ਤੋਂ ਸਿਵਾਏ, ਉਹਦੇ ਚ ਪੇਸ਼ੈਂਟ ਨੂੰ ਮੈਡੀਸਿਨ ਮਿਲ ਗਈ, ਉਹਦਾ ਇਲਾਜ ਹੋ ਗਿਆ। ਉਹ ਪੇਸ਼ੈਂਟ ਬਿਮਾਰ ਹੈ, ਉਹ ਸਪੋਜ਼ ਪਟਿਆਲੇ ਦਾ ਪੇਸ਼ੈਂਟ ਹੈ, ਉਹ ਅੰਮ੍ਰਿਤਸਰ ਚਲਾ ਗਿਆ, ਕਿਸੇ ਕੰਮ ਲਈ ਲੁਧਿਆਣੇ ਚਲਾ ਗਿਆ, ਠੀਕ ਹੈ, ਉਹਦੇ ਵਿੱਚ ਉਹਦਾ ਸਾਰਾ ਡਾਟਾ ਆ ਗਿਆ, ਉਹ ਉੱਥੇ ਮੁਹੱਲਾ ਕਲੀਨਿਕ 'ਚ ਜਾ ਕੇ ਦਵਾਈ ਲੈ ਸਕਦਾ। ਠੀਕ ਹੈ। ਇਹ ਪਹਿਲਾਂ ਇਦਾਂ ਦਾ ਕੁਝ ਨਹੀਂ ਸੀਗਾ, ਕੋਈ ਰਿਕਾਰਡ ਨਹੀਂ ਸੀਗਾ। ਦੂਜੀ ਗੱਲ ਇਹ ਆ ਕਿ ਮੇਰੇ ਕੋਲੇ ਹੁਣ 500 ਜਿਹੜੇ ਮੁਹੱਲਾ ਕਲੀਨਿਕ ਹੈ, 504 ਟੂ ਬੀ ਮੋਰ ਸਪੈਸੀਫਿਕ, ਉਹਦੇ ਵਿੱਚ ਮੇਰੇ ਕੋਲੇ ਜਿਵੇਂ ਮੇਰੇ ਕੋਲ ਰੀਅਲ ਟਾਈਮ ਅਸੀਂ ਵੀਕਲੀ ਐਨਾਲਿਸਿਸ ਕਰਿਆ ਕਰਾਂਗੇ। ਉਹਦੇ 'ਚ ਮੇਰੇ ਕੋਲੇ 2 ਲੱਖ ਬੱਚੇ ਆਏ, ਉਹਨਾਂ ਦੇ ਵਿੱਚੋਂ ਕਿੰਨਿਆਂ ਦਾ ਖੂਨ ਟੈਸਟ ਹੋਇਆ, ਉਹਨਾਂ ਚੋਂ ਅਨੀਮਿਕ ਕਿੰਨੇ ਆ, ਕਿੰਨੀਆਂ ਪ੍ਰੈਗਨੈਂਟ ਲੇਡੀਜ਼ ਆਈਆਂ, ਉਹਨਾਂ ਦੇ ਵਿੱਚੋਂ ਹਾਈ ਰਿਸਕ ਪ੍ਰੈਗਨੈਂਸੀਜ਼ ਕਿੰਨੀਆਂ ਹੈਗੀਆਂ, ਬਲੱਡ ਪ੍ਰੈਸ਼ਰ ਸ਼ੂਗਰ ਦੇ ਮਰੀਜ਼ ਕਿੰਨੇ ਆਏ, ਕਿੰਨੇ ਕੰਟਰੋਲਡ ਹੈ, ਕਿੰਨੇ ਅਨਕੰਟਰੋਲਡ ਹੈ, ਕਿੰਨਿਆਂ ਨੂੰ ਪਤਾ ਹੀ ਨਹੀਂ ਸੀਗਾ, ਪਹਿਲੀ ਵਾਰੀ ਪਤਾ ਲੱਗਿਆ। ਸੋ ਇਹ ਲੋਕਾਂ ਨੂੰ ਇੱਕ ਅਤੀ ਆਧੁਨਿਕ ਜਿਹੜੇ ਮੁਹੱਲਾ ਕਲੀਨਿਕ ਹੈ, ਇਹ ਜਦੋਂ ਉਹਨਾਂ ਨੂੰ ਇਹ ਸੁਵਿਧਾਵਾਂ ਮਿਲਣਗੀਆਂ, ਅਸੀਂ ਇਹਦੇ ਨਾਲ ਰਿਸਰਚ ਵੀ ਹੋਏਗੀ, ਉਹ ਜਿਹੜੀ ਸਾਡੀ ਰਿਸਰਚ ਹੋਏਗੀ ਉਹ ਤੇ ਸਾਡੀਆਂ ਪਾਲਿਸੀ ਜਿਹੜੀਆਂ ਸਾਡੀਆਂ ਉਹਦੇ ਤੇ ਬੇਸਡ ਹੋਣਗੀਆਂ ਉਹ। ਠੀਕ ਹੈ। ਸੋ ਇਹ ਇੱਕ ਨਵਾਂ ਸਿਸਟਮ ਹੈ ਜੋ ਪਹਿਲਾਂ ਨਹੀਂ ਸੀਗਾ। ਔਰ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਪੁਰਾਣੀਆਂ ਡਿਸਪੈਂਸਰੀਆਂ ਬੰਦ ਕੀਤੀਆਂ, ਉਹਦੇ ਵਿੱਚੋਂ ਅਸੀਂ 475 ਬਣਾਉਣੇ ਸੀ, 71 ਇਸ ਕਰਕੇ ਨਹੀਂ ਬਣ ਸਕੀਆਂ ਕਿ ਉਹਨਾਂ ਦੀ ਬਿਲਡਿੰਗ ਇਸ ਕਾਬਲ ਨਹੀਂ ਸੀ, ਕੁਝ ਤਾਂ ਅਨਸੇਫ ਸੀਗੀਆਂ, ਕੁਝ ਮੇਜਰ ਰਿਪੇਅਰਸ ਚਾਹੀਦੀਆਂ ਸੀਗੀਆਂ, ਉਹ ਵੀ ਅਸੀਂ ਹੁਣ ਕਰਾਂਗੇ। ਇਹ ਲਗਾਤਾਰ ਪ੍ਰੋਸੈਸ ਚੱਲਣੀ ਆ। ਦਿਸ ਇਜ਼ ਦਾ ਬਿਗਨਿੰਗ। ਠੀਕ ਹੈ। ਇਹ ਸਾਰੀ ਜਿਹੜੀ ਰੈਵੋਲੂਸ਼ਨ ਦੀ ਹੈ, ਇਹਦੇ ਵਿੱਚ ਸੈਕੰਡਰੀ ਕੇਅਰ, ਟਰਸ਼ਰੀ ਕੇਅਰ ਵੀ ਆਣੀ ਆ। ਤੇ ਉਹਨਾਂ ਨੇ ਜਿਹੜੀਆਂ ਮਤਲਬ ਕਦੇ ਵੀ ਉਹਨਾਂ ਨੇ ਕੋਈ ਸਟਾਫ ਨਹੀਂ ਰੱਖਿਆ। ਇਹਦੇ ਨਾਲ ਹੀ ਤੁਹਾਨੂੰ ਯਾਦ ਹੋਏਗਾ ਕਿ ਰੀਸੈਂਟਲੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 271 ਸਪੈਸ਼ਲਿਸਟ ਡਾਕਟਰ ਰੱਖੇ ਆ ਜੀ। ਉਹਨਾਂ ਨੇ ਪਿਛਲੇ 15 ਸਾਲ 'ਚ ਅਕਾਲੀ BJP, 15 ਸਾਲ ਕਾਂਗਰਸ, ਉਹਨਾਂ ਨੇ ਮਤਲਬ ਆਪਣੇ 30 ਸਾਲ 'ਚ 271 ਸਪੈਸ਼ਲਿਸਟ ਨਹੀਂ ਰੱਖੇ ਉਹਨਾਂ ਨੇ, ਮਤਲਬ 27 ਵੀ ਨਹੀਂ ਰੱਖੇ ਉਹਨਾਂ ਨੇ, 10% ਵੀ ਨਹੀਂ ਰੱਖੇ ਉਹਨਾਂ ਨੇ। ਤੇ ਇਹ ਜਿਹੜਾ ਇਹ ਇਟਸ ਅ ਟੋਟਲ ਰੈਵੋਲੂਸ਼ਨ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਸਾਡਾ ਪ੍ਰਾਇਮਰੀ ਕੇਅਰ। ਕਿਉਂਕਿ ਮੈਂ ਸਵਾਲ ਤੁਹਾਨੂੰ ਇਸ ਲਈ ਪੁੱਛ ਰਿਹਾ ਕਿ ਕਈ ਵਾਰੀ ਮੈਸੇਜ ਐਸਾ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤੁਸੀਂ ਵੀ ਸਮਝਦੇ ਹੋ ਕਿ ਜਿਹੜੀ ਚੀਜ਼ ਵਾਇਰਲ ਹੋ ਗਈ ਫਿਰ ਉਹ ਹੋ ਹੀ ਜਾਂਦੀ ਹੈ। ਸਾਡਾ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਥੋੜਾ ਐਲੈਬੋਰੇਟ ਕਰ ਸਕੀਏ, ਪਬਲਿਕ ਨੂੰ ਆਪਾਂ ਕਲੈਰਿਟੀ ਦੇ ਸਕੀਏ ਕਿ ਐਕਚੁਅਲ ਦੇ ਵਿੱਚ ਆਹ ਚੀਜ਼ ਨਹੀਂ, ਆਹ ਚੀਜ਼ ਹੈ। ਜੋ ਇੱਕ ਕਾਮਨ ਮੈਸੇਜ ਸਪਰੈਡ ਹੁੰਦਾ ਹੈ ਜਾਂ ਹੋਇਆ ਪਿਛਲੇ ਦਿਨਾਂ 'ਚ, ਜਾਂ ਕਹੀਏ ਵਿਰੋਧ ਹੋਇਆ ਜਿਸ ਚੀਜ਼ ਦਾ, ਕਿ ਤੁਸੀਂ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸੀ ਉਹਨਾਂ ਨੂੰ ਬੰਦ ਕਰਕੇ ਉਹਦੀ ਥਾਂ ਤੇ ਨਵਾਂ, ਜੇ ਮੈਂ ਫਰਕ ਪੁੱਛ ਲਾਂ ਕਿ ਦੋਨਾਂ 'ਚ ਫਰਕ ਕੀ ਹੈ, ਇਹ ਦੱਸ ਦਿਓ। ਬੰਦ ਨਹੀਂ ਕੀਤਾ। ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਸਰਵਿਸਿਜ਼ ਦੇਣੀਆਂ ਹੁੰਦੀਆਂ, ਜਿਹੜੇ ਨੈਸ਼ਨਲ ਪ੍ਰੋਗਰਾਮ ਹੈ, ਇਮਿਊਨਾਈਜੇਸ਼ਨ ਹੈ, ਉਹਦੇ 'ਚ ਹੋਰ ਬਹੁਤ ਸਾਰੇ EMPLOYEES ਹੁੰਦੇ ਆ, ਉਹਦੇ 'ਚ ਡਾਕਟਰ ਵੀ 2 ਹੁੰਦੇ ਆ, ਕਈ ਜਗ੍ਹਾ ਤੇ ਜਿਹੜੇ ਮਤਲਬ ਇੱਕ ਤਾਂ ਮਿਨੀ PSC, ਇੱਕ PSC ਆ। PSC ਦੇ ਵਿੱਚ ਡੈਂਟਲ ਸਰਜਨ ਵੀ ਹੁੰਦਾ। ਉਹ ਸਾਰੀਆਂ ਸਰਵਿਸਿਜ਼ ਐਜ਼ ਇਟ ਇਜ਼ ਰਹਿਣਗੀਆਂ।
ਠੀਕ ਹੈ। ਹੋ ਸਕਦਾ ਕਿ ਕਿਸੇ ਇੱਕ ਜਗ੍ਹਾ ਤੋਂ ਮਤਲਬ ਕੋਈ ਜਿਹੜਾ ਡਾਕਟਰ ਹੈ ਉਹਨਾਂ ਦਾ ਜਿਹਨੂੰ ਉਹ ਪਸੰਦ ਕਰਦੇ ਸੀ ਜਾਂ ਅੱਛਾ ਕੰਮ ਕਰ ਰਿਹਾ ਸੀਗਾ ਉਹ ਮੱਲਾ ਕਲੀਨਿਕ ਚਲਾ ਗਿਆ ਹੋਵੇ, ਉਹ ਵੀ ਅਸੀਂ ਰੈਸ਼ਨਲਾਈਜੇਸ਼ਨ ਕਰਕੇ, ਜਿਸ ਤਰ੍ਹਾਂ ਅਸੀਂ ਸਪੈਸ਼ਲਿਸਟ ਡਾਕਟਰ ਰੱਖਣੇ ਸੀ, ਹੁਣ ਦੇਖੋ ਮੈਂ ਮੈਡੀਸਿਨ ਸਪਲਾਈ ਕਰ ਸਕਦਾ, ਮੈਂ ਜਿਹੜੀ ਉੱਥੇ ਬਿਲਡਿੰਗ ਆ ਉਹਨੂੰ ਠੀਕ ਕਰ ਸਕਦਾ, ਬਟ ਜਿਹੜੇ ਸਪੈਸ਼ਲਿਸਟ ਡਾਕਟਰ ਹੈ ਸਾਨੂੰ ਉਹਨਾਂ ਦਾ ਰਿਗਾਰਡ ਕਰਨਾ ਪੈਂਦਾ ਵੀ ਜੇ ਅਸੀਂ ਉਹਨਾਂ ਨੂੰ ਸਪੋਜ਼ ਕੋਈ ਬੰਦਾ ਕਹਿੰਦਾ ਜੀ ਮੈਂ ਤਾਂ ਪਟਿਆਲੇ 'ਚ ਕੰਮ ਕਰਾਂਗਾ, ਮੈਂ ਉਹਨੂੰ ਕਹਿੰਦਾ ਤੁਸੀਂ ਮੋਗੇ ਚਲੇ ਜਾਓ, ਉਹ ਫਿਰ ਜੁਆਇਨ ਨਹੀਂ ਕਰਦਾ। ਠੀਕ ਹੈ। ਸੋ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਿੱਥੇ ਵੀ ਜੁਆਇਨ ਕਰਨਾ ਚਾਹੁੰਦੇ ਤੁਸੀਂ ਜੁਆਇਨ ਕਰੋ। ਹੁਣ ਮੈਂ ਉਹਨਾਂ ਦੀ ਜਿਹੜੀ ਅਗਲੀ ਪ੍ਰੋਸੈਸ ਹੈ ਉਹ ਰੈਸ਼ਨਲਾਈਜੇਸ਼ਨ ਹੋਏਗੀ। ਉਹਦੇ ਨਾਲ ਕੀ ਹੋਏਗਾ ਕਿ ਮੇਰੇ ਕੋਲੇ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਮਲੋਟ ਦੇ ਵਿੱਚ 4 ਆਈ ਸਰਜਨ ਆ ਜੀ ਤੇ ਮੁਕਤਸਰ 'ਚ ਨਹੀਂ ਹੈ, ਮੈਂ ਉਹਨਾਂ ਦੀ 2-2 ਦਿਨ ਡਿਊਟੀ ਲਾ ਦਾਂਗਾ, ਕਹਿੰਦੇ ਦੇ ਆਰ ਵਿਲਿੰਗ ਫॉर दैट। ਠੀਕ ਹੈ। ਸੋ ਆਈ ਵਿਲ ਟੇਕ them ਔਨ ਬੋਰਡ। ਇਸੇ ਤਰ੍ਹਾਂ ਜਿਹੜੇ ਸਾਡੇ ਜਿੰਨੇ ਵੀ ਮੇਰੇ ਭਰਾ ਮੇਰੀ ਇਹ ਗੱਲ ਸੁਣ ਰਹੇ, ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਵੀ ਤੁਹਾਡੇ ਕੋਲ ਡਿਸਰਪਸ਼ਨ ਹੋਈ ਆ ਤੁਸੀਂ ਮੈਨੂੰ ਦੱਸੋ, ਆ ਕੇ ਆਪਣੇ ਐਮਐਲਏ ਸਾਹਿਬ ਨੂੰ ਦੱਸ ਦਿਓ ਜਾਂ ਮੈਨੂੰ ਤੁਸੀਂ ਆ ਕੇ ਜਿਹੜੇ ਪਿੰਡਾਂ ਵਾਲੇ ਆ, ਮੈਂ ਹੁਣ ਵੀ ਮੈਂ ਦਫ਼ਤਰ 'ਚੋਂ ਆ ਰਿਹਾ, ਮੈਨੂੰ 2 ਤਰੀਕ ਨੂੰ ਵੀ ਆ ਕੇ ਮਿਲ ਸਕਦੇ ਆ। ਜਿੱਥੇ ਵੀ ਤੁਹਾਡੀ ਜਿਹੜੀ ਸਰਵਿਸ ਹੈਗੀ ਆ ਉਹ ਉਸ ਤਰ੍ਹਾਂ ਹੀ ਚੱਲੇਗੀ, ਇਨਫੈਕਟ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਏਗਾ। ਜਿਹੜੇ ਸਾਡੇ ਕਮਿਊਨਿਟੀ ਹੈਲਥ ਸੈਂਟਰ ਆ ਜਿੱਥੇ ਸਪੈਸ਼ਲਿਸਟ ਨਹੀਂ ਸੀਗੇ ਉੱਥੇ ਸਾਰੇ ਸਪੈਸ਼ਲਿਸਟ ਦੇਵਾਂਗੇ। ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਜਿੱਥੇ ਸਾਡੇ ਕੋਲੇ ਕੋਈ ਪੋਸਟ ਖਾਲੀ ਪਈ ਸੀ, ਸਫਾਈ ਸੇਵਕ ਨਹੀਂ ਸੀ, ਕੋਈ ਨਰਸਸ ਨਹੀਂ ਸੀ, ਉਹਨਾਂ ਦੀ ਭਰਤੀ ਚੱਲ ਰਹੀ ਹੈ ਔਰ ਅਸੀਂ ਉਹਨਾਂ ਨੂੰ ਪੂਰਾ ਸਟਾਫ ਦੇਵਾਂਗੇ ਔਰ ਸਾਰੀਆਂ ਦਵਾਈਆਂ ਦੇਵਾਂਗੇ। ਜਿਸ ਤਰੀਕੇ ਨਾਲ ਤੁਸੀਂ ਡਾਕਟਰ ਸਾਹਿਬ ਦੱਸ ਰਹੇ ਹੋ, ਜਿੰਨਾ ਕਿ ਮੈਂ ਸਮਝ ਪਾ ਰਿਹਾ ਹਾਂ, ਇੱਕ ਚੀਜ਼ ਮੈਨੂੰ ਐਡ ਕਰ ਲੈਣ ਦਿਓ ਜੀ। ਜਿੱਦਾਂ ਮਹੱਲਾ ਕਲੀਨਿਕ 'ਚ ਪੇਸ਼ੈਂਟ ਜਾਏਗਾ, ਜਿਵੇਂ ਪਹਿਲਾਂ ਇੱਕ ਸ਼ਿਕਾਇਤ ਸੀ ਕਿ ਜਿਹੜਾ ਡਾਕਟਰ ਹੈ ਉਹ ਦਵਾਈ ਵੀ ਬਾਹਰੋਂ ਲਿਖ ਦਿੰਦੇ ਆ, ਟੈਸਟ ਵੀ ਬਾਹਰੋਂ ਲਿਖ ਦਿੰਦੇ ਆ। ਹੁਣ ਮਹੱਲਾ ਕਲੀਨਿਕ ਦੇ ਵਿੱਚ ਸਾਰੇ ਟੈਸਟ ਵੀ ਉੱਥੇ ਹੁੰਦੇ ਆ, ਦਵਾਈ ਵੀ ਉੱਥੇ ਹੁੰਦੀ ਆ, ਡਾਕਟਰ ਦੀ ਕੰਸਲਟੇਸ਼ਨ ਵੀ ਉੱਥੇ ਹੁੰਦੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਵਲ ਹਸਪਤਾਲ ਹੈ ਔਰ ਜਿਹੜੇ ਸਾਡੇ ਸਬ ਡਿਵੀਜ਼ਨ ਹਸਪੀਟਲ ਆ ਉਹਨਾਂ ਦੇ ਵਿੱਚ ਵੀ ਇਦਾਂ ਹੀ ਹੋਏਗਾ, ਮੈਡੀਕਲ ਕਾਲਜ ਇਦਾਂ ਹੀ ਹੋਏਗਾ, ਟਰਸ਼ਰੀ ਕੇਅਰ ਦੇ ਵਿੱਚ ਵੀ ਕੋਈ ਟੈਸਟ ਬਾਹਰੋਂ ਨਹੀਂ ਕਰਾਇਆ ਜਾਏਗਾ, ਸਾਰੀਆਂ ਦਵਾਈਆਂ ਉੱਥੇ ਮਿਲਣਗੀਆਂ ਔਰ ਸਾਰੀਆਂ ਗਵਰਨਮੈਂਟ ਵੱਲੋਂ ਮਿਲਣਗੀਆਂ, ਪੇਸ਼ੈਂਟ ਦਾ ਕੋਈ ਪੈਸਾ ਖਰਚ ਨਹੀਂ ਹੋਏਗਾ। ਯਾਨੀ ਜਿੰਨੀ ਕੁ ਗੱਲ ਅਸੀਂ ਸਮਝ ਪਾ ਰਹੇ ਹਾਂ, ਗੌਰਵ ਮੇਰੇ ਨਾਲ ਸ਼ਾਇਦ ਐਗਰੀ ਕਰਨਗੇ ਕਿ ਨਾਮ ਮਹੱਲਾ ਕਲੀਨਿਕ ਹੈ, ਇਸ ਲਈ ਕਨਫਿਊਜ਼ਨ ਹੋ ਰਹੀ ਹੈ ਕਿ ਕੱਲ ਨੂੰ ਕਹਿੰਦੇ ਆ ਵੀ ਉਹ ਹੈਲਥ ਸੈਂਟਰ ਸੀ, ਹੈਲਥ ਸੈਂਟਰ ਸ਼ਾਇਦ ਵੱਡਾ ਨਾਮ ਗਿਣਿਆ ਜਾਂਦਾ ਹੈ ਤੇ ਕਲੀਨਿਕ ਆਪਾਂ ਕਹਿ ਦਿੰਦੇ ਆ ਕਲੀਨਿਕ ਛੋਟਾ ਆ। ਤੁਸੀਂ ਡਾਕਟਰ ਦੀ ਭਾਸ਼ਾ ਹੋਰ ਐਡ ਕਰ ਦਵਾਂਗੇ, ਲੋਕਾਂ ਨੂੰ ਇਹ ਵੀ ਹੋ ਰਿਹਾ ਹੈ ਡਾਕਟਰ ਸਾਹਿਬ ਕਿ ਉਹ ਕਹਿੰਦੇ ਕਿ ਬੋਰਡ ਹੀ ਚੇਂਜ ਕਰ ਦਿੱਤਾ ਬਸ। ਉੱਥੇ ਪਹਿਲਾਂ ਕਲੀਨਿਕ ਸੀ, ਇਨਫੈਕਟ ਕੁਝ ਇਲਜ਼ਾਮ ਤੁਹਾਡੇ ਵਿਰੋਧੀਆਂ ਨੇ ਵੀ ਲਗਾਏ ਕਿ 25 ਬੈੱਡ ਦਾ ਹਸਪੀਟਲ ਸੀ, ਉਸ ਨੂੰ ਮਹੱਲਾ ਕਲੀਨਿਕ ਬਣਾ ਦਿੱਤਾ। ਮਹੱਲਾ ਕਲੀਨਿਕ ਦੇ ਨਾਲ ਤਾਂ ਸਾਊਂਡ ਕਰਦਾ ਹੈ ਕਿ ਉੱਥੇ ਇੱਕ ਡਾਕਟਰ ਹੋਏਗਾ, ਛੋਟਾ ਜਿਹਾ ਸਟਾਫ ਹੋਏਗਾ, ਦੈਟਸ ਆਲ, ਇੱਕ ਕਮਰੇ ਦਾ ਹੋਏਗਾ ਬਸ। ਮਤਲਬ ਉਹ ਲੱਗਦਾ ਜਿਵੇਂ ਡੀਗ੍ਰੇਡ ਹੋ ਗਿਆ ਹੋਵੇ ਕਿ ਪਹਿਲਾਂ ਤਾਂ ਬਹੁਤ ਵਧੀਆ ਸੀ, ਹੁਣ ਮਹੱਲਾ ਕਲੀਨਿਕ ਬਣਾਤਾ। ਇਹ ਤਕਲੀਫ ਕਿਹਨੂੰ ਹੋ ਰਹੀ ਹੈ? ਲੋਕ ਖੁਸ਼ ਹੈ। ਲੋਕ ਜਦੋਂ ਜਾਂਦੇ ਆ ਮਹੱਲਾ ਕਲੀਨਿਕ ਦੇ ਵਿੱਚ, ਮਤਲਬ ਪੀਪਲ ਆਰ ਇਨ ਆਅ, ਮਾਈ ਗॉड। ਸਰਕਾਰੀ ਡਿਸਪੈਂਸਰੀ ਇਦਾਂ ਦੀਆਂ ਵੀ ਹੁੰਦੀਆਂ, ਲੇਕਿਨ ਤਕਲੀਫ ਕਿਹਨੂੰ ਹੋ ਰਹੀ ਹੈ? ਉਹ ਸ਼ਰੀਕਾਂ ਦੇ ਢਿੱਡ ਪੀੜ ਹੋ ਰਹੀ ਹੈ ਥੋੜੀ ਜਿਹੀ। ਮਤਲਬ ਉਹ ਐਕਸਪੈਕਟਡ ਹੈ ਕਿਉਂਕਿ ਉਹਨਾਂ ਨੇ, ਤੁਸੀਂ ਦੇਖੋ ਜਲੰਧਰ ਦਾ ਮੈਡੀਕਲ ਕਾਲਜ ਸੀ, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ, ਉਹਨਾਂ ਨੇ ਉਹ ਆਪਣੇ ਕਿਸੇ ਜਿਹੜਾ ਬੰਦਾ ਸੀਗਾ ਆਪਣੀ ਪਾਰਟੀ ਦੇ ਬੰਦੇ ਨੂੰ ਦੇ ਦਿੱਤਾ ਭੰਗ ਦੇ ਭਾੜੇ, ਉਹਨਾਂ ਨੇ ਮਤਲਬ ਕੌਡੀਆਂ ਦੇ ਭਾਅ ਦੇ ਦਿੱਤਾ ਉਹਨਾਂ ਨੇ, ਮਤਲਬ ਉਹਨਾਂ ਨੇ ਕੋਈ ਵੀ ਹਸਪਤਾਲ ਠੀਕ ਨਹੀਂ ਕੀਤਾ। ਉਹ ਕੋਈ ਇੱਕ ਐਗਜ਼ਾਮਪਲ ਦੇ ਦੇਣ ਕਿ ਸਾਡਾ ਜਿਹਨੂੰ ਉਹ ਕਹਿੰਦੇ ਆ ਨਾ ਵੀ ਕਲੀਨਿਕ ਬੰਦ ਹੋ ਗਏ, ਵੀ ਆਹ ਸਾਡਾ ਕਲੀਨਿਕ ਬਹੁਤ ਵਧੀਆ ਚੱਲਦਾ ਸੀ, ਆਹ ਸਾਡਾ ਸਿਵਲ ਹਸਪਤਾਲ ਵਧੀਆ ਚੱਲਦਾ ਸੀ, ਅਸੀਂ ਇੰਨੇ ਡਾਕਟਰ ਰੱਖਿਆ, ਕੰਮ ਕੋਈ ਕੀਤਾ ਨਹੀਂ ਹੈ। ਉਹ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਉਹਨਾਂ ਦਾ ਕੰਮ ਹੀ ਇਹ ਆ ਵੀ ਕ੍ਰਿਟਿਸਾਈਜ਼ ਕਰਨਾ, ਨੁਕਸ ਕੱਢਣਾ। ਜਾਂ ਤਾਂ ਮੈਨੂੰ ਦੱਸਣ ਵੀ ਸਾਡਾ ਆਹ ਸਿਸਟਮ ਸੀਗਾ, ਸਾਡਾ ਵਧੀਆ ਕੰਮ ਕਰਦਾ ਸੀ, ਕਿਤੇ ਕੋਈ ਸਿਸਟਮ ਬਣਾਇਆ ਹੀ ਨਹੀਂ ਉਹਨਾਂ ਨੇ। ਚਲੋ ਉਹਨਾਂ ਨੇ ਹੱਥ ਡਿਸਪੈਂਸਰੀਆਂ ਬੰਦ ਕੀਤੀਆਂ। ਪੋਲਿਟਿਕਸ ਹੋ ਗਈ ਔਰ ਤੁਸੀਂ ਬਹੁਤ ਘਟੀਆ ਕਿਸਮ ਦੀ ਕੋਸ਼ਿਸ਼ਾਂ ਕਰ ਲਓ, ਬਹੁਤ ਘਟੀਆ ਕਿਸਮ ਦੀ। ਜਿਹੜੇ ਆਪੋਜੀਸ਼ਨ ਨੇ ਤੁਹਾਡੇ ਜਾਂ ਜਿਹਦੇ ਤੇ ਸਿਆਸਤ ਚੱਲਦੀ ਹੈ ਉਹਨਾਂ ਨੂੰ ਤੁਸੀਂ ਸੈਟੀਸਫਾਈ ਕਰ ਵੀ ਨਹੀਂ ਸਕਦੇ, ਇਸ ਚੀਜ਼ ਦਾ ਤੇ ਆਪਾਂ ਨੂੰ ਪਤਾ ਹੈ। ਪਰ ਗੱਲ ਆ ਜਾਂਦੀ ਹੈ ਪਬਲਿਕ ਕੰਸਰਨ ਦੀ। ਹੁਣ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਜੀ ਆਹ ਇੱਕ ਕਲੀਨਿਕ ਹੈ, ਆ ਇੱਕ ਹਸਪੀਟਲ ਹੈ, ਤਾਂ ਇੱਕ ਮਾਈਂਡ ਸੈਟ ਹੁੰਦਾ ਹੈ ਕਿ ਨਹੀਂ ਇਹ ਵੱਡੀ ਚੀਜ਼ ਹੈ, ਮੈਂ ਕਲੀਨਿਕ 'ਚ ਨਹੀਂ ਜਾਣਾ। ਯਾਨੀ ਤੁਹਾਨੂੰ ਕਿਤੇ ਨਾ ਕਿਤੇ ਉਹ ਮਾਈਂਡ ਸੈਟ ਵੀ ਬਦਲਣ ਦੀ ਜ਼ਰੂਰਤ ਹੈ। ਉਹ ਵੀ ਹੈ, ਮੈਂ ਦੁਬਾਰਾ ਕਲੈਰੀਫਾਈ ਕਰਦਾ, ਜਿੱਥੇ ਪ੍ਰਾਇਮਰੀ ਹੈਲਥ ਸੈਂਟਰ ਸੀ ਉੱਥੇ ਪ੍ਰਾਇਮਰੀ ਹੈਲਥ ਸੈਂਟਰ ਹੁਣ ਵੀ ਹੈ, ਉਹ ਬੰਦ ਨਹੀਂ ਕੀਤਾ, ਉਹਦੇ ਵਿੱਚ ਮਹੱਲਾ ਕਲੀਨਿਕ ਖੋਲਿਆ। ਠੀਕ ਹੈ, ਕਮਿਊਨਿਟੀ ਹੈਲਥ ਸੈਂਟਰ ਇਮਾਰਤ ਇੱਕ ਹੈ, ਉੱਥੇ ਜਿਹੜਾ ਇਮਾਰਤ ਇੱਕ ਹੈ, ਇਮਾਰਤ ਇੱਕ ਹੈ, ਉਹਦੇ ਵਿੱਚ ਇੱਕ ਮਹੱਲਾ ਕਲੀਨਿਕ ਖੋਲਿਆ। ਹਾਂ, ਜੇ ਉਹਦਾ ਫਾਇਦਾ ਕੀ? ਉਹਦਾ ਫਾਇਦਾ ਇਹ ਹੈ ਕਿ ਲੋਕਾਂ ਨੂੰ ਅੰਡਰ ਵਨ ਰੂਫ ਸਾਰੀਆਂ ਸਰਵਿਸਿਜ਼ ਉੱਥੇ, ਮਤਲਬ ਕੰਸਲਟੇਸ਼ਨ ਮਿਲ ਰਹੀ ਹੈ, ਉੱਥੇ ਟੈਸਟ ਹੋ ਰਹੇ ਆ, ਦਵਾਈਆਂ ਮਿਲ ਰਹੀਆਂ। ਪਹਿਲਾਂ ਕੀ ਹੁੰਦਾ ਸੀ, ਜਿਹੜਾ ਮਿੰਨੀ ਪੀਐਸਸੀ ਜਾਂ ਜਿਹਨਾਂ ਨੂੰ ਇਹ ਕਹਿੰਦੇ ਹੈਲਥ ਸੈਂਟਰ ਕਹਿੰਦੇ, ਉਹ ਡਾਕਟਰ ਦੀ ਡਿਊਟੀ ਕਿਤੇ ਹੋਰ ਨਾਈਟ ਡਿਊਟੀ ਲਗਾ ਦਿੰਦੇ ਸੀ। ਇਹ ਡਾਕਟਰ ਇੱਥੇ ਹੀ ਕੰਮ ਕਰਨਗੇ, ਉਹਨਾਂ ਦਾ ਕੰਮ ਸਿਰਫ ਤੇ ਸਿਰਫ ਉਹਨਾਂ ਦਾ ਕੰਮ ਹੈ ਮਰੀਜ਼ਾਂ ਨੂੰ ਦੇਖਣਾ, ਉਹਨਾਂ ਦਾ ਇਲਾਜ ਕਰਨਾ, ਔਰ ਉਹੀ ਡਾਕਟਰ ਉਹਨੂੰ ਆਂਸਰੇਬਲ ਹੈ। ਇੱਕ ਵਧੀਆ ਸਿਸਟਮ ਲਾਇਆ, ਉਹਦੇ ਵਿੱਚ ਇਹ ਐਡਵਾਂਟੇਜ ਹੈ। ਪਹਿਲਾਂ ਇਹ ਨਹੀਂ ਸੀ, ਡਾਕਟਰ ਨੂੰ ਕਿਸੇ ਹੋਰ ਪਾਸੇ ਦੂਜੀਆਂ ਡਿਊਟੀਆਂ ਤੇ ਲਾਈ ਰੱਖਦੇ ਸੀ, ਡਾਕਟਰ ਹੁੰਦਾ ਹੀ ਨਹੀਂ ਸੀ ਉੱਥੇ। ਹੁਣ ਵੀ ਤੁਸੀਂ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਅਪਗ੍ਰੇਡ ਨਹੀਂ, ਉੱਥੇ ਜਾ ਕੇ ਦੇਖ ਲਓ ਵੀ ਹਾਲਤ ਕੀ ਹੈ। ਉੱਥੇ ਮੈਡੀਕਲ ਸੁਪਰਡੈਂਟ ਨਹੀਂ ਹੈ ਜੀ, ਇੱਥੇ ਡਾਕਟਰ ਦੀਆਂ 2 ਪੋਸਟਾਂ, ਇੱਕ ਹੈ
ਉਹਦੀ ਡਿਊਟੀ ਵੀ ਕਿਤੇ ਹੋਰ ਲੱਗੀ ਹੋਈ ਆ। ਸੋ ਇਸ ਕਰਕੇ ਇਹਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆ ਤੁਹਾਡੇ ਅਸੀਂ ਜਿਹੜਾ ਹਰ ਪਿੰਡ ਹਰ ਮਹੱਲੇ ਦੇ ਵਿੱਚ ਇਸ ਤਰ੍ਹਾਂ ਦੀ ਸਹੂਲਤ ਮਿਲਣੀ ਆ ਔਰ 90% ਤੋਂ ਜ਼ਿਆਦਾ ਲੋਕਾਂ ਦਾ ਇਲਾਜ ਇੱਥੇ ਹੋਣਾ। ਬਾਕੀ ਜਿਹੜੇ ਹੋਣੇ ਆ ਉਹ ਜਿਹੜਾ ਸਾਡੇ ਸਿਵਲ ਹਸਪੀਟਲ ਆ ਔਰ ਜਿਹੜੇ ਸਾਡੇ ਸਬ ਡਿਵੀਜ਼ਨ ਲੈਵਲ ਹਸਪੀਟਲ ਹੈ ਉਹਨਾਂ ਦਾ ਇਲਾਜ ਵੀ ਇੱਦਾਂ ਹੀ ਹੋਣਾ, ਉਹ ਵੀ ਇਹੋ ਜਿਹੇ ਬਣਨੇ ਆ। ਇਹ ਟਾਰਗੇਟ ਵੱਡਾ ਨਜ਼ਰ ਆਉਂਦਾ ਹੈ। ਪੰਜਾਬ ਦੇ ਵਿੱਚ 19,000 ਦੇ ਕਰੀਬ ਪਿੰਡ 12,000 ਦੇ ਕਰੀਬ ਪਿੰਡ ਨੇ, ਉਸ ਤੋਂ ਬਾਅਦ ਕਸਬੇ ਨੇ, ਸ਼ਹਿਰ ਨੇ। ਮੈਂ ਵਾਰਡਸ ਦੀ ਗਿਣਤੀ ਰੱਖਣਾ ਤਾਂ 20,000 ਦੇ ਨੇੜੇ ਹੋ ਗਿਆ। ਐਵਰੇਜ ਕੱਢੀਏ ਸਾਲ ਦੇ ਵਿੱਚ ਕਰੀਬ 500 ਕਲੀਨਿਕ ਅਗਲੇ 5 ਸਾਲ ਦੇ ਵਿੱਚ 2-2,500 ਤੱਕ ਪਹੁੰਚੇਗੀ ਜੇ ਇਸੇ ਰਫ਼ਤਾਰ ਦੇ ਨਾਲ ਚੱਲਦਾ ਰਿਹਾ। ਪਿੰਡ ਪਹੁੰਚਣਾ, ਵਾਰਡ ਤੇ ਪਹੁੰਚਣਾ, ਜੋ ਨਾਮ ਹੈ ਇਸ ਦਾ ਮੁਹੱਲਾ ਕਲੀਨਿਕ, ਆਮ ਆਦਮੀ ਕਲੀਨਿਕ, ਥੋੜਾ ਜਿਹਾ ਪੋਸਿਬਿਲਿਟੀ ਘੱਟ ਨਜ਼ਰ ਆਉਂਦੀ ਹੈ। ਦੇਖੋ ਕੋਈ ਟਾਰਗੇਟ ਹੈ ਕਿ ਤੁਸੀਂ 5 ਸਾਲ 'ਚ 10,000 ਦਾ ਟਾਰਗੇਟ ਰੱਖ ਰਹੇ ਹੋ ਜਾਂ 20,000 ਦਾ ਟਾਰਗੇਟ ਰੱਖ ਰਹੇ ਹੋ? ਬਿਲਕੁਲ ਹੈ। ਦੇਖੋ ਅਸੀਂ ਵੀ ਆਰ ਮੂਵਿੰਗ ਇਨ ਦਾ ਰਾਈਟ ਡਾਇਰੈਕਸ਼ਨ, ਦੈਟਸ ਦਾ ਫਸਟ ਸਟੈਪ। 500 ਬਣੇ ਆ, ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਆ। ਦੂਰੋਂ ਪੇਸ਼ੈਂਟ ਆਉਂਦੇ ਆ ਉੱਥੇ, ਪੜ੍ਹੇ ਲਿਖੇ ਅੱਛੇ ਜਿਹੜੇ ਵੈਲ ਟੂ ਡੂ ਪੇਸ਼ੈਂਟਸ ਆ ਉਹਨਾਂ ਨੂੰ ਵੀ ਟਰਸਟ ਹੋ ਗਿਆ। ਲੋਕਾਂ ਦਾ ਸਰਕਾਰੀ ਸਿਸਟਮ ਦੇ ਵਿੱਚ ਟਰਸਟ ਖਤਮ ਕਰਤਾ ਇਹਨਾਂ ਲੋਕਾਂ ਨੇ। ਇੱਕ ਤਾਂ ਲੋਕਾਂ ਦਾ ਟਰਸਟ ਰੀਐਸਟੈਬਲਿਸ਼ ਹੋ ਰਿਹਾ, ਇਸ ਤੋਂ ਸਿਵਾਏ ਸਾਡੇ ਵੈਲਨੈਸ ਸੈਂਟਰ ਬਣਨੇ ਆ। ਇੱਕ ਜਿਹੜਾ ਤੁਹਾਡਾ ਮਹੱਲਾ ਕਲੀਨਿਕ ਹੈਗਾ ਉਹਦੇ ਨਾਲ ਤਕਰੀਬਨ 4 ਜਾਂ 5 ਜਿਹੜੇ ਵੈਲਨੈਸ ਸੈਂਟਰ ਬਣਨੇ ਆ, ਉੱਥੇ ਵੀ ਲੋਕਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਦੀਆਂ ਗੋਲੀਆਂ ਮਿਲਣਗੀਆਂ, ਉੱਥੇ ਟੈਸਟ ਨਹੀਂ ਹੋਣਗੇ। ਉਹ ਅੱਗੇ ਉਹਨੂੰ ਰੈਫਰਲ ਸਲਿੱਪ ਮਿਲੇਗੀ, ਉਹ ਮਹੱਲਾ ਕਲੀਨਿਕ ਜਾਏਗਾ, ਟੈਸਟ ਹੋ ਜਾਣਗੇ, ਉੱਥੇ ਦਵਾਈ ਮਿਲ ਜਾਏਗੀ, ਡਾਕਟਰ ਦੀ ਕੰਸਲਟੇਸ਼ਨ ਮਿਲ ਜਾਏਗੀ। ਉੱਥੇ ਨਹੀਂ ਇਲਾਜ ਹੁੰਦਾ, ਐਕਸਰੇ ਚਾਹੀਦਾ ਉਹ ਸਿਵਲ ਹਸਪਤਾਲ ਚਲਾ ਜਾਏਗਾ, ਅੱਗੇ ਸੀਟੀ ਸਕੈਨ ਚਾਹੀਦਾ, MRI ਚਾਹੀਦਾ ਮੈਡੀਕਲ ਕਾਲਜ ਚਲਾ ਜਾਏਗਾ। ਸੋ ਇੱਕ ਪ੍ਰੋਪਰ ਸਿਸਟਮ ਬਣਾ ਦਾਂਗੇ ਅਸੀਂ। ਪੰਜਾਬ ਦੇ ਕਿਸੇ ਵੀ ਬੰਦੇ ਨੂੰ ਆਪਣੀ ਸਿਹਤ ਦੇ ਉੱਤੇ ਮਤਲਬ ਆਪਣੇ ਇਲਾਜ ਕਰਾਉਣ ਵਾਸਤੇ ਖਰਚਾ ਕਰਕੇ ਉਹਨੂੰ ਗਰੀਬ ਨਹੀਂ ਹੋਣਾ ਪਏਗਾ। ਇਹ ਆਲ ਇੰਡੀਆ ਇੰਸਟੀਚਿਊਟ ਦੀ ਇੱਕ ਸਟੱਡੀ ਹੈ ਕਿ 80% ਲੋਕ ਜਿਹੜੇ ਹੈਗੇ ਆ ਉਹ ਦੇ ਸਲਿਪ ਬਿਲੋ ਦਾ ਪਾਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਿਸ ਔਨ ਹੈਲਥ। ਉਹ ਜਦੋਂ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਪੈਸਾ ਖਰਚਣਾ ਪੈਂਦਾ, ਉਹਨਾਂ ਦਾ ਘਰ ਦੀਆਂ ਕੜੀਆਂ ਵਿਕ ਜਾਂਦੀਆਂ, ਗਹਿਣੇ ਵਿਕ ਜਾਂਦੇ ਆ, ਕਰਜ਼ਾਈ ਹੋ ਜਾਂਦੇ ਆ। ਸੋ ਪੰਜਾਬ ਦੇ ਲੋਕਾਂ ਤੇ ਜਿਹੜਾ ਕਰਜ਼ਾ ਚੜਨਾ ਉਹ ਬੰਦ ਵੀ ਹੋ ਜਾਊਗਾ ਕਾਫੀ ਹੱਦ ਤੱਕ। ਪਰ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਵੀ ਇੱਕ ਮੈਸੇਜ ਦੇ ਰਹੇ ਹੋ ਕਿ ਅਗਲੇ 5 ਸਾਲ ਬਾਅਦ ਤੁਹਾਡੇ ਲਈ ਇੱਥੇ ਕੁਝ ਨਹੀਂ ਹੋਣਾ। ਨਹੀਂ, ਮੈਂ ਇਹ ਮੈਸੇਜ ਨਹੀਂ ਦੇ ਰਿਹਾ। ਅਸੀਂ ਉਹਨਾਂ ਦੇ ਨਾਲ ਕੋਆਪਰੇਸ਼ਨ ਕਰਾਂਗੇ, ਉਹਨਾਂ ਦੇ ਨਾਲ ਅਸੀਂ ਕੋਲੈਬੋਰੇਟ ਕਰਾਂਗੇ। ਦੇਖੋ ਇੱਕ ਜੇ ਪ੍ਰਾਈਵੇਟ ਸੈਕਟਰ ਨੇ ਉਹਦੇ 'ਚ ਬਹੁਤ ਸਾਰੀਆਂ ਅਨੋਮਲੀਜ਼ ਉਹਦੇ 'ਚ ਵੀ ਜਿਹਨੂੰ ਅਸੀਂ ਮਾਲ ਪ੍ਰੈਕਟਿਸ ਕਹਿੰਦੇ ਹਾਂ ਗਵਰਨਮੈਂਟ ਦੇ ਵਿੱਚ ਆਈਆਂ, ਉਹਦੇ ਕਰਕੇ ਪ੍ਰਾਈਵੇਟ 'ਚ ਵੀ ਆਈਆਂ। ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਸਰਕਾਰੀ ਸਕੂਲ ਹੁੰਦੇ ਸੀ ਅੱਛੇ ਹੁੰਦੇ ਸੀ, ਸਰਕਾਰੀ ਹਸਪਤਾਲ ਅੱਛੇ ਹੁੰਦੇ ਸੀ, ਪ੍ਰਾਈਵੇਟ ਵੱਲ ਜਾ ਕੇ ਲੋਕਾਂ ਨੂੰ ਹੱਥ ਜੋੜਦੇ ਸੀ ਕਿ ਬੱਚਾ ਸਾਡੇ ਕੋਲ ਭੇਜੋ, ਅਸੀਂ ਹੋਰ ਕੀ ਦੇਵਾਂਗੇ ਤੁਹਾਨੂੰ ਬੈਨੀਫਿਟ। ਜਦੋਂ ਸਰਕਾਰੀ ਸਕੂਲ ਠੀਕ ਹੋ ਜਾਣਗੇ, ਜੋ ਸਾਡੀ ਸਰਕਾਰ ਕਰ ਰਹੀ ਹੈ ਮਾਨ ਸਾਹਿਬ ਦੀ, ਔਰ ਜਦੋਂ ਸਰਕਾਰੀ ਹਸਪਤਾਲ ਠੀਕ ਹੋ ਜਾਣਗੇ, ਪ੍ਰਾਈਵੇਟ ਵਾਲਿਆਂ ਦਾ ਬਿਹੇਵੀਅਰ ਠੀਕ ਹੋਏਗਾ, ਉਹ ਬਿਹਤਰ ਸਰਵਿਸ ਦੇਣਗੇ ਉਹ। ਕਿਉਂਕਿ ਮੈਂ ਇਹੀ ਸਵਾਲ ਹਰਜੋਤ ਬੈਂਸ ਹੋਰਾਂ ਨੂੰ ਵੀ ਕਰ ਰਿਹਾ ਸੀ ਵੀ ਸਕੂਲ ਤੇ ਹਸਪੀਟਲ ਦੋ ਹੀ ਪ੍ਰਾਇੋਰਟੀਜ਼ ਨੇ ਸਰਕਾਰ ਦੀਆਂ, ਹੋਣੀਆਂ ਵੀ ਚਾਹੀਦੀਆਂ ਹਰ ਕਿਸੇ ਦੀਆਂ। ਦੋ ਵੀ ਹੈ ਜੀ। ਇਹਦੇ ਨਾਲ ਸਾਡੀ ਜਿਹੜੀ ਹੈਗੀ ਆ ਐਮਪਲੋਇਮੈਂਟ ਜਨਰੇਸ਼ਨ ਵੀ ਸਾਡੀ ਇੱਕ ਪ੍ਰਾਇੋਰਟੀ ਆ। ਤੁਸੀਂ ਦੇਖੋ ਜਦੋਂ ਪੰਜਾਬ ਦੇ ਵਿੱਚ ਸਕੂਲ ਆਫ ਐਮੀਨੈਂਸ ਬਣ ਗਏ, ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਬਣ ਗਏ, ਅਸੀਂ ਭਰਤੀ ਕਰਾਂਗੇ, ਉਹਦੇ ਨਾਲ ਇੱਕ ਮੈਸਿਵ ਐਮਪਲੋਇਮੈਂਟ ਜਨਰੇਸ਼ਨ ਵੀ ਹੋਏਗੀ ਜੋ ਇੱਕ ਪੋਜ਼ਿਟਿਵ ਹੋਏਗੀ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਸ਼ਰਾਬ ਦੀਆਂ ਫੈਕਟਰੀਆਂ ਲਾਤੀਆਂ, ਠੀਕ ਹੈ ਜੀ। ਉਹਦੇ ਨਾਲ 25 ਉਹਨਾਂ ਨੇ ਬੋਟਲਿੰਗ ਪਲਾਂਟ ਲਾਏ ਜੀ, ਜਿਹੜੀ ਕਿ ਇੱਕ ਬਹੁਤ ਹੀ ਧਾਰਮਿਕ ਮਤਲਬ ਉਹਨਾਂ ਦੀ ਦੋਨੋਂ ਜਿਹੜੇ ਆਪਣੇ ਆਪ ਧਰਮ ਦੇ ਠੇਕੇਦਾਰ ਸਮਝਦੇ ਆ, ਚਾਹੇ ਅਕਾਲੀ BJP ਕਾਂਗਰਸ ਹੈ ਜਾਂ ਜਿਹੜੇ ਕਾਂਗਰਸ ਵਾਲੇ ਜਿਹੜੇ ਆਪਣੇ ਨੂੰ ਵੱਡਾ ਨੈਸ਼ਨਲਿਸਟ ਕਹਿੰਦੇ ਆ। 25 ਬੋਟਲਿੰਗ ਪਲਾਂਟ, 15 ਇਹਨਾਂ ਨੇ ਸ਼ਰਾਬ ਦੀਆਂ ਫੈਕਟਰੀਆਂ ਲਾਈਆਂ। ਉਹਦੇ ਨਾਲ ਪੰਜਾਬ ਦਾ ਇਹਨਾਂ ਨੇ ਪਾਣੀ ਵੀ ਖਰਾਬ ਕੀਤਾ ਔਰ ਜਿਹੜੀ ਇੱਕ ਨੈਗੇਟਿਵ ਇੰਡਸਟਰੀ ਲਾਈ। ਜੇ ਤੁਸੀਂ ਇੱਕ ਸ਼ਰਾਬ ਦੀ ਫੈਕਟਰੀ ਲਾਉਂਦੇ ਹੋ, ਜਿੰਨੀ ਉਹਦੇ ਤੇ ਇਨਵੈਸਟਮੈਂਟ ਹੁੰਦੀ ਆ, ਜੇ ਉਨੀ ਹੈਲਥ ਵਿੱਚ ਕਰੋਗੇ ਤਾਂ ਉਹਦੇ ਨਾਲ 10 ਟਾਈਮਸ ਜੌਬ ਜ਼ਿਆਦਾ ਕ੍ਰੀਏਟ ਹੋਣਗੀਆਂ ਔਰ ਲੋਕਾਂ ਨੂੰ ਉਹਦਾ ਫਾਇਦਾ ਹੋਏਗਾ। ਇਹਦੇ ਨਾਲ ਇਹਨਾਂ ਦੀ ਲੋਕਾਂ ਦੀ ਸਿਹਤ ਵੀ ਖਰਾਬ, ਸ਼ਰਾਬ ਪੀ ਕੇ ਵੀ ਲੋਕ ਬਿਮਾਰ ਹੋਣਗੇ, ਕੈਂਸਰ ਹੋਏਗਾ, ਪਾਣੀ ਖਰਾਬ ਹੋਏਗਾ, ਉਹਦੇ ਨਾਲ ਵੀ ਲੋਕਾਂ ਨੂੰ ਕੈਂਸਰ ਹੋਏਗਾ। ਇਹਨਾਂ ਨੇ ਕੈਂਸਰ ਦੇ ਮਤਲਬ ਲੋਕਾਂ ਨੂੰ 1.5 ਲੱਖ ਰੁਪਇਆ ਦੇ ਕੇ ਉਹਨਾਂ ਨੂੰ ਕੈਂਸਰ ਕਰਤਾ ਲੋਕਾਂ ਨੂੰ। ਉਹਨਾਂ ਨੂੰ ਅਸੀਂ ਮਤਲਬ ਜਿਹੜਾ ਹੈਲਥ ਹੈ ਨਾ ਜੀ, ਉਹ ਇੱਕ ਹੋਲਿਸਟਿਕ ਹੈਲਥ ਕੇਅਰ। ਹੁਣ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਜਿਵੇਂ ਲੋਕਾਂ ਨੂੰ ਮਤਲਬ ਫਿਜ਼ੀਕਲ ਐਕਟੀਵਿਟੀ ਕਰਾਉਣਾ, ਯੋਗਾ ਕਰਾਉਣਾ, ਉਹਨਾਂ ਦੀ ਡਾਈਟ ਠੀਕ ਕਰਾਉਣਾ, ਉਹਦੇ ਵਾਸਤੇ ਮਤਲਬ ਨਿਊਟ੍ਰੀਸ਼ਨ, ਪ੍ਰੀਵੈਂਸ਼ਨ ਆਫ ਡਿਜ਼ੀਜ਼, ਪ੍ਰਮੋਸ਼ਨ ਆਫ ਹੈਲਥ ਔਰ ਰੀਹੈਬਿਲਿਟੇਟਿਵ ਸਰਵਿਸਿਜ਼, ਇਹਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਰਿਹਾ। ਕਿਉਂਕਿ ਤੁਸੀਂ ਸਮਝਦੇ ਹੋ ਵੀ ਇਹ ਦੋਨੇ ਸੈਕਟਰ ਜਿਹੜੇ ਐਜੂਕੇਸ਼ਨ ਤੇ ਹੈਲਥ ਹੈ, ਇਹਨਾਂ ਸੈਕਟਰ 'ਚ ਸਭ ਤੋਂ ਵੱਡੀ ਆਰਥਿਕ ਨਾ ਬਰਾਬਰੀ ਹੈ ਲੋਕਾਂ ਦੇ ਵਿੱਚ, ਸਭ ਤੋਂ ਵੱਡੀ। ਕਿਉਂਕਿ ਕੋਈ ਆਮ ਬੰਦਾ ਜੇ ਵੱਡੇ ਹਸਪਤਾਲ ਵੱਲ ਦੇਖ ਕੇ ਉਹ ਤਾਂ ਸੋਚ ਹੀ ਨਹੀਂ ਸਕਦਾ ਕਿ ਯਾਰ ਮੈਂ ਵੀ ਕਦੇ ਇਲਾਜ ਕਰਾ ਸਕੂੰਗਾ ਜਾਂ ਮੈਨੂੰ ਐਸੀਆਂ ਲੋਕ ਅੰਦਰ ਜਾਂਦੇ ਹੀ ਨਹੀਂ ਮਿਲ ਸਕਣਗੀਆਂ। ਉਹੀ ਸੇਮ ਚੀਜ਼ ਜਿਵੇਂ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦਾ ਤੁਸੀਂ ਕੰਪੈਰੀਜ਼ਨ ਕੀਤਾ। ਸੋ ਇਸ ਆਰਥਿਕ ਨਾ ਬਰਾਬਰੀ ਨੂੰ ਖਤਮ ਕਰਨ ਦੇ ਲਈ ਅੱਗੇ ਵਧਣ ਦੀ ਲੋੜ ਹੈ। ਮੈਨੂੰ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ ਮੈਂਡੇਟ ਦਿੱਤਾ ਉਹ ਇਹ ਹੈ ਕਿ ਜਿਹੜੇ ਸਰਕਾਰੀ ਹਸਪਤਾਲ ਹੈ ਮੈਂ ਉਹਨਾਂ ਨੂੰ ਪ੍ਰਾਈਵੇਟ ਤੋਂ ਬਿਹਤਰ ਬਣਾਉਣਾ ਔਰ ਮੈਂ ਇਹ ਚੈਲੰਜ ਐਕਸੈਪਟ ਕਰਦਾ। ਠੀਕ ਹੈ, ਕੋਈ ਟਾਰਗੇਟ ਰੱਖਿਆ? ਉਹ ਟਾਰਗੇਟ ਰੱਖਿਆ ਜੀ, ਬਿਲਕੁਲ ਹਰ ਚੀਜ਼ ਦਾ ਟਾਰਗੇਟ ਹੈ। ਮਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਆ। ਤੁਹਾਨੂੰ ਆਉਣ ਵਾਲੇ 6 ਮਹੀਨੇ ਦੇ ਵਿੱਚ ਜਿਹੜੇ ਸਿਵਲ ਹਸਪਤਾਲ ਹੈ ਔਰ ਜਿਹੜੇ ਸਾਡੇ ਟਰਸਟੀ ਕੇਅਰ ਮੈਡੀਕਲ ਕਾਲਜ ਹੈ ਉਹਨਾਂ ਵਿੱਚ ਇੱਕ ਪਰਸੈਪਟੀਬਲ ਚੇਂਜ ਨਜ਼ਰ ਆਏਗੀ। ਸਾਰੇ ਟੈਸਟ ਉੱਥੇ ਹੋਣਗੇ, ਸਾਰੀਆਂ ਦਵਾਈਆਂ ਅੰਦਰੋਂ ਮਿਲਣਗੀਆਂ, ਪੇਸ਼ੈਂਟ ਨੂੰ ਬਾਹਰ ਨਹੀਂ ਭੇਜਿਆ ਜਾਏਗਾ ਔਰ ਜਿਹੜੀਆਂ ਇੱਥੋਂ ਤੱਕ ਸਾਡਾ ਇੱਕ ਵਧੀਆ ਐਂਬੂਲੈਂਸ ਸਿਸਟਮ ਹੋਏਗਾ। ਫਰਿਸ਼ਤੇ ਸਕੀਮ ਸ਼ੁਰੂ ਹੋਣ ਜਾ ਰਹੀ ਹੈ ਜੀ।
ਕੀ ਹੋਏਗਾ ਜੋ ਸਰ ਸਾਡੇ ਫਰਿਸ਼ਤੇ ਮੁੱਖ ਮੰਤਰੀ ਸਕੀਮ? ਸਾਹਿਬ ਨੇ ਕਿਹਾ, ਇਹ ਬਹੁਤ ਅੱਛਾ ਸਵਾਲ ਹੈ ਤੁਹਾਡਾ। ਫਰਿਸ਼ਤੇ ਸਕੀਮ ਇਹ ਹੈ ਕਿ ਜਦੋਂ ਕਿਤੇ ਕੋਈ ਬੰਦਾ ਫੱਟੜ ਪਿਆ ਹੁੰਦਾ ਜੀ, ਉਹਨੂੰ ਕੋਈ ਚੱਕਦਾ ਨਹੀਂ ਹੈ। ਹੁਣ ਡਰਦੇ ਆ ਲੋਕ, ਕੱਲ੍ਹ ਨੂੰ ਉਹ ਬੰਦਾ ਦਿੱਲੀ ਕਹਿੰਦਾ ਦੇ ਮੈਂ ਨਾ ਵਿੱਚ ਦਿੱਲੀ ਕਿਸੇ ਦੇ ਵਿੱਚ ਕੰਮ 'ਚ ਬਹੁਤ ਫਸ ਸਾਡਾ ਜਾਵਾਂ। ਕਾਮਯਾਬ ਰਿਹਾ, ਅਸੀਂ ਇੱਥੇ ਕਰਨ ਜਾ ਰਹੇ ਹਾਂ। ਉਹਦੇ 'ਚ ਇਹ ਹੈਗਾ ਕਿ ਜਿਹੜਾ ਬੰਦਾ ਕੋਈ ਫੱਟੜ ਹੋ ਗਿਆ, ਉਹਨੂੰ ਜਿਹੜਾ ਬੰਦਾ ਹਸਪਤਾਲ ਲੈ ਕੇ ਜਾਏਗਾ ਉਹਨੂੰ 2000 ਰੁਪਏ ਮਿਲਣਗੇ ਔਰ ਉਹਨੂੰ ਇੱਕ ਸਨਮਾਨ ਪੱਤਰ ਵੀ ਮਿਲੇਗਾ CM ਸਾਹਿਬ ਉਹਨੂੰ। ਨੇ ਔਰ ਉਹਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਊਗਾ, ਕੋਈ ਉਹਨੂੰ ਪਰੇਸ਼ਾਨ ਨਹੀਂ ਹੋਏਗਾ ਉੱਥੇ, ਕੋਈ ਉਹਦੇ ਕੋਲ ਦਵਾਈ, ਉਹਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ, ਉਹਨੂੰ ਕਿਤੇ ਕੋਰਟ ਕਚਹਿਰੀ 'ਚ ਨਹੀਂ ਬੁਲਾਇਆ ਜਾਊਗਾ। ਔਰ ਉਹਨੂੰ ਅਸੀਂ ਫਰਿਸ਼ਤੇ ਕਹਿੰਦੇ ਆ। ਉਹਦੇ ਨਾਲ ਕੀ ਹੋਏਗਾ ਕਿ ਜਿਹੜਾ ਪਹਿਲਾ ਘੰਟਾ ਜਿਹਨੂੰ ਅਸੀਂ 골ਡਨ ਆਰ ਕਹਿੰਦੇ ਆ, ਉਹਦੇ 'ਚ ਲੋਕਾਂ ਨੂੰ ਇਲਾਜ ਮਿਲ ਜਾਏਗਾ। ਇੱਕ ਮੈਂ ਤੁਹਾਡੇ ਇਸ ਚੈਨਲ ਦੇ ਇਸ ਮਾਧਿਅਮ ਦੇ ਥਰੂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੇ ਕੋਲੇ 20,000 ਡਾਕਟਰ ਹੈ, ਤਕਰੀਬਨ 1 ਲੱਖ ਸਾਡੇ ਕੋਲੇ ਮੈਡੀਕਲ ਪਰਸਨਲ ਹੈ। ਇਹ ਮੈਂ ਆਲਰੇਡੀ IMA ਨੂੰ ਔਰ ਜਿਹੜੇ ਸਾਡੇ ਗਵਰਨਮੈਂਟ ਡਾਕਟਰ ਹੈ ਮੈਂ ਬੇਨਤੀ ਕਰ ਚੁੱਕਿਆ, ਔਰ ਮੈਂ ਇਹ ਵਲੰਟਰੀ ਆ ਜੇ ਸਾਡੇ ਕੋਲੇ, ਜੇ ਲੋੜ ਪਈ ਤਾਂ ਅਸੀਂ ਇਹਦੇ ਤੇ ਇਨਫੋਰਸਮੈਂਟ ਵੀ ਕਰਾਂਗੇ। ਸਾਰੇ ਮੈਡੀਕਲ ਪਰਸਨਲ ਆਪਣੀ ਕਾਰ ਦੇ ਵਿੱਚ, ਮੇਰੀ ਕਾਰ 'ਚ ਵੀ ਪਈ ਆ, ਫਸਟ ਏਡ ਕਿੱਟ ਰੱਖਣਗੇ। ਉਹ ਜਿੱਥੇ ਕਿਤੇ ਕੋਈ ਪੇਸ਼ੈਂਟ ਹੋਏਗਾ ਉਹਨੂੰ ਫਸਟ ਏਡ ਦੇਣਗੇ, ਐਂਬੂਲੈਂਸ ਨੂੰ ਕਾਲ ਕਰਨਗੇ। ਔਰ ਜਿਹੜੇ ਬੰਦੇ ਕੋਲ ਵੀ ਗੱਡੀ ਹੈ, ਚਾਹੇ ਉਹ ਬੱਸ ਹੈ, ਟਰੱਕ ਹੈ, ਜਿਹਦੇ ਕੋਲ 4 ਵੀਲਰ ਹੈ, ਇੱਕ ਸਿੰਪਲ ਜਿਹੀ ਜਿਹੜੀ ਹੈਗੀ ਆ ਫਸਟ ਏਡ ਕਿੱਟ ਉਹਨਾਂ ਕੋਲ ਵੀ ਹੋਏਗੀ, ਜਿਹੜੀ ਕਿ ਪੰਜਾਬ ਦੇ ਵਿੱਚ 10 15 20 ਲੱਖ ਬੰਦਿਆਂ ਕੋਲੇ ਹੋਏਗੀ, ਜਿੰਨੀਆਂ ਗੱਡੀਆਂ ਹੈਗੀਆਂ ਸਾਰਿਆਂ ਕੋਲੇ ਹੋਏਗੀ। ਉਹਦੇ ਵਿੱਚ ਕੀ ਆ, 4 ਪੱਟੀਆਂ ਹੈਗੀਆਂ, ਬੀਟਾਡੀਨ ਹੈ ਔਰ ਇੱਕ ਦਰਦ ਦੀ ਗੋਲੀ ਹੈ ਔਰ ਥੋੜੀ ਜਿਹੀ ਗੌਜ਼ ਹੈ। ਘੱਟੋ ਘੱਟ ਅਗਲੇ ਦੀ ਤੁਸੀਂ ਨਾ ਜੇ ਕਿਸੇ ਦੇ ਬਲੀਡਿੰਗ ਹੁੰਦੀ ਹੈ, ਬਲੀਡਿੰਗ ਬੰਦ ਕਰ ਦਿਓ ਔਰ ਐਂਬੂਲੈਂਸ ਨੂੰ ਇਨਫੋਰਮ ਕਰ ਦਿਓ। ਔਰ ਇਸੇ ਤਰ੍ਹਾਂ ਇੱਕ ਸਾਡਾ ਸਿਸਟਮ ਹੋਏਗਾ ਕਿ ਹਸਪੀਟਲ ਦੇ ਵਿੱਚ ਜਦੋਂ ਤੁਸੀਂ ਜਾਓਗੇ, ਉਹਦਾ ਇੱਕ ਸਾਰੇ ਹਸਪੀਟਲ ਦੇ ਨੰਬਰ ਦੇ ਦਾਂਗੇ ਅਸੀਂ, ਅਲਟੀਮੇਟਲੀ ਇੱਕ ਨੰਬਰ ਹੋ ਜਾਏਗਾ ਸਾਡਾ। ਸੋ ਜਿਹੜਾ ਵੀ ਪੇਸ਼ੈਂਟ ਉੱਥੇ ਜਾਏਗਾ, ਜਿਹੜਾ ਵੀ ਸਾਡਾ ਫਰਿਸ਼ਤਾ ਉੱਥੇ ਲੈ ਕੇ ਜਾਏਗਾ, ਉਹਨਾਂ ਦਾ ਸਨਮਾਨ ਹੋਏਗਾ। ਔਰ ਸਾਰੇ ਪੰਜਾਬ ਦੇ ਜਿੰਨੇ ਵੀ ਮੈਡੀਕਲ ਪਰਸਨਲ ਹੈ ਉਹ ਸਾਰੇ ਫਸਟ ਏਡ ਦੇਣਗੇ। ਸੋ 2 ਤੋਂ 5 ਮਿੰਟ ਦੇ ਵਿੱਚ ਫਸਟ ਏਡ ਮਿਲ ਜਾਏਗੀ ਔਰ 10 15 20 ਮਿੰਟ ਅੱਧੇ ਘੰਟੇ 'ਚ ਐਂਬੂਲੈਂਸ ਆ ਜਾਏਗੀ। ਇਹ ਮੈਨੂੰ ਉਮੀਦ ਹੈ ਕਿ ਸਾਰਾ ਅਸੀਂ 6 ਮਹੀਨੇ ਦੇ ਵਿੱਚ ਸਾਰੀ ਕਿਟ ਜਿਹੜੀਆਂ ਹੈਗੀਆਂ ਫਰਸਟ ਏਡ ਕਿਟ ਸਰਕਾਰ ਦੇਣ ਜਾ ਰਹੀ ਹੈ, ਲੋਕਾਂ ਨੂੰ ਤੁਸੀਂ ਅਪੀਲ ਕਰ ਰਹੇ ਕਿ ਖੁਦ ਆਪਣੇ ਬਿਹਾਫ ਦੇ ਉੱਤੇ ਨਹੀਂ ਸਾਰੇ ਮੈਂ ਸਭ ਨੂੰ ਬੇਨਤੀ ਕਰਦਾ ਕਿ 50-100 ਰੁਪਏ ਦੀ ਚੀਜ਼ ਹੈ, ਜੇ ਗਵਰਨਮੈਂਟ ਖਰੀਦੇਗੀ, ਤੁਸੀਂ ਜਿਵੇਂ ਸੈਨੀਟੇਸ਼ਨ ਦੇ ਸਕੈਂਟ ਵਾਲਾ ਦੂਜਾ ਹੁੰਦਾ, ਉਹਦੇ 'ਚ ਟਾਈਮ ਕੰਜ਼ਿਊਮ ਹੋਏਗਾ, ਮਤਲਬ ਤੁਸੀਂ ਪ੍ਰੋਕਿਉਰਮੈਂਟ ਕਰੋਗੇ, ਫਿਰ ਭੇਜੋਗੇ, ਫਿਰ ਆਹ ਖਤਮ ਹੋ ਗਈ। ਇਹ ਕਿੱਡੀ ਗੱਲ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਦਾ। ਮੈਨੂੰ ਕਿਸੇ ਨੇ ਕਿਹਾ ਵੀ ਡਾਕਟਰ ਸਾਹਿਬ ਕਹਿੰਦੇ ਅਸੀਂ ਕਰਾਂਗੇ ਜੀ, ਬਿਲਕੁਲ ਅਸੀਂ ਉਹ ਲਿਸਟ ਜਾਰੀ ਕਰਦੇ ਹਾਂ ਤੇ ਇਨਫੈਕਟ ਉਹ ਜਿਹੜੀ ਲਿਸਟ ਹੈ, ਇਨਫੈਕਟ ਆਪਾਂ ਗੱਡੀ ਜਦੋਂ ਖਰੀਦਣ ਜਾਂਦੇ ਆ, ਮੈਂ ਖਾਸ ਤੌਰ ਤੇ ਨਵੀਂ ਕਹਿੰਦਾ, ਉੱਥੇ ਆਲਰੇਡੀ ਹੁੰਦੀ ਹੈ, ਉਹਦੇ ਨਾਲ ਹੁੰਦੀ ਹੈ, ਉਹਨੂੰ ਲੋਕ ਮੇਨਟੇਨ ਨਹੀਂ ਕਰਦੇ। ਮੈਂ ਇੱਕ ਹੋਰ ਅੱਗੇ